ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾ। ਹਰ ਬਿਸਰਤ ਸਦਾ ਖੁਆਰੀ, ਤਾ ਕਉ ਤੁਖਾ ਕਹਾ ਵਿਆਪੈ, ਜਾ ਕਉ ਓਟ ਤੁਹਾਰੀ। ਹਰ ਬਿਸਰਤ ਸਦਾ ਖੁਆਰੀ, ਤਾ ਕਉ ਤੁਖਾ ਕਹਾ ਵਿਆਪੈ, ਜਾ ਕਉ ਓਟ ਤੁਹਾਰੀ। ਰਹਾਉ ਬਿਨ ਸਿਮਰਨ ਜੋ ਜੀਵਲ ਬਲਨਾ, ਸਰਪ ਜੈਸੀ ਅਰ ਜਾਰੀ। ਨਾਵ ਖੰਡਨ ਕੋ ਰਾਜ ਕਮਾਵੈ, ਅੰਤ ਚੱਲੈ ਗੋਹਾਰੀ। ਗੁਣ ਨਿਧਾਨ ਗੁਣ ਤਿਨਹਿ ਗਾਏ, ਜਾ ਕਉ ਕਿਰਪਾ ਧਾਰੀ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਗੁਣ ਨਿਧਾਨ ਗੁਣ ਤਿਨਹਿ ਗਾਏ, ਜਾ ਕਉ ਕਿਰਪਾ ਧਾਰੀ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗੋ ਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਸਜ ਬੈਠੀ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਸਤਿਗੁਰਾਂ ਦੇ ਪਰਮ ਪਿਆਰ 'ਚ ਪਰੋਤੀ ਹੋਈ ਗੁਰੂ ਰੰਗ 'ਚ ਰੰਗੀ ਹੋਈ ਗੁਰੂ ਖਾਲਸਾ ਸਾਧ ਸੰਗਤ, ਸਤਿਗੁਰੂ ਨੌਵੇਂ ਪਾਤਸ਼ਾਹ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਅੰਦਰ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਭਾਦਰੋਂ ਦੀ ਸਕਰਾਂਤ ਦਾ ਜੋੜ ਮੇਲ ਗੁਰੂ ਸ਼ਰਧਾ ਵਿੱਚ ਪਾਤਸ਼ਾਹ ਦੇ ਰੰਗ ਵਿੱਚ ਭੇਜ ਕੇ ਮਨਾਉਣਾ ਕਰ ਰਹੇ ਹੋ। ਸਾਵਣ ਦਾ ਮਹੀਨਾ ਗੁਰੂ ਸਾਹਿਬ ਜੀ ਦੀ ਪਾਤਸ਼ਾਹ ਦੀ ਦਇਆ ਮਿਆ ਨਾਲ ਬੀਤਿਆ ਹੈ। ਅੱਜ ਭਾਦਰੋਂ ਦੇ ਮਹੀਨੇ ਦੀ ਪ੍ਰਾਰੰਭਤਾ ਹੋਈ ਹੈ। ਸੂਰਜ ਦੀ ਰਾਸ ਤਬਦੀਲ ਹੋਵੇ, ਉਸ ਦਿਨ ਸਕਰਾਂਤ ਦਾ ਦਿਨ ਹੁੰਦਾ। ਇੱਕ ਰਾਸ ਵਿੱਚੋਂ ਨਿਕਲ ਕੇ ਸੂਰਜ ਮਹੀਨੇ ਭਰ ਵਿੱਚ ਦੂਸਰੀ ਰਾਸ ਵਿੱਚ ਪ੍ਰਵੇਸ਼ ਕਰਦਾ ਹੈ। ਜਿਸ ਦਿਨ ਦੂਸਰੀ ਰਾਸ ਵਿੱਚ ਪ੍ਰਵੇਸ਼ ਕਰਦਾ ਉਸ ਦਿਨ ਸਕਰਾਂਤੀ ਹੁੰਦੀ ਹੈ। ਸਕਰਾਂਤੀ ਤੋਂ ਸ਼ਬਦ ਬਣਿਆ ਸੰਗਰਾਂਦ। ਸਕਰਾਂਤੀ ਦਾ ਮਤਲਬ ਹੁੰਦਾ ਭਲੀ ਪ੍ਰਕਾਰ ਨਾਲ ਤਬਦੀਲੀ ਆਉਣੀ। ਮੌਸਮ ਦੇ ਵਿੱਚ ਤਬਦੀਲੀ ਆਵੇ, ਦਿਨ ਦੇ ਸਮੇਂ ਦੇ ਵਿੱਚ ਤਬਦੀਲੀ ਆਵੇ, ਉਹਨੂੰ ਸਕਰਾਂਤੀ ਕਹਿੰਦੇ ਹਨ। तो संक्रांति नूं फिर अगे संग्रांद शब्द नाल आपां संबोधन करते हैं।
ਪੁਰਾਣਿਆਂ ਸਮਿਆਂ ਵਿੱਚ ਸੰਗਰਾਂਦ ਵਾਲੇ ਦਿਨ ਬਹੁਤ ਸਾਰੇ ਲੋਕ ਬ੍ਰਾਹਮਣਾਂ ਕੋਲ ਜਾਂਦੇ, ਉਹਨਾਂ ਕੋਲ ਜਾ ਕੇ ਮਹੀਨਾ ਸਰਵਣ ਕਰਨ ਲਈ ਕਿ ਸਾਨੂੰ ਮਹੀਨੇ ਦਾ ਫਲ ਸੁਣਾਓ। ਤਾਂ ਉਹਨਾਂ ਬ੍ਰਾਹਮਣਾਂ ਨੇ ਆਪਣੀ ਮਰਜ਼ੀ ਨਾਲ ਮਹੀਨੇ ਦਾ ਫਲ ਦੱਸਣਾ, ਲੋਕਾਂ ਕੋਲੋਂ ਧਨ ਦੀ ਲੁੱਟ ਕਰਨ ਵਾਸਤੇ ਕਈ ਤਰ੍ਹਾਂ ਦੇ ਫੋਕੇ ਕਰਮਕਾਂਡ ਦੱਸਣੇ ਕਿ ਹੁਣ ਆਹ ਸਾਵਣ ਦਾ ਮਹੀਨਾ, ਤੁਸੀਂ ਇਸ ਮਹੀਨੇ 'ਚ ਆਹ ਕੁਝ ਖਾਣਾ, ਇਹ ਨਹੀਂ ਖਾਣਾ, ਇੱਦਾਂ ਦੇ ਰੰਗ ਦਾ ਕੱਪੜਾ ਪਹਿਨਣਾ। ਇੱਦਾਂ ਦੇ ਬਹੁਤ ਸਾਰੇ ਵਿਖਾਵੇ ਦੇ ਪਖੰਡ ਦੇ ਕਰਮਕਾਂਡ ਦੱਸ ਕੇ ਫਿਰ ਬਦਲੇ ਵਿੱਚ ਉਹਨਾਂ ਲੋਕਾਂ ਕੋਲੋਂ ਬਹੁਤ ਸਾਰਾ ਪੈਸਾ ਤੇ ਧਨ ਲੈਂਦੇ ਸਨ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਤਰਸ ਕੀਤਾ, ਗੁਰੂ ਅਰਜਨ ਦੇਵ ਸਾਹਿਬ ਜੀ ਨੇ ਤਰਸ ਕੀਤਾ, ਆਪਣੇ ਸਿੱਖਾਂ ਨੂੰ ਇਹਨਾਂ ਬ੍ਰਾਹਮਣਾਂ ਤੋਂ ਛੁਟਕਾਰਾ ਦਿਵਾਇਆ ਕਿ ਮੇਰੇ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਵਣ। 12ਵਾਂ ਮਾਝ ਦੀ ਪਾਵਨ ਅੰਮ੍ਰਿਤਮਈ ਬਾਣੀ ਦੁਆਰਾ ਸਤਿਗੁਰੂ ਜੀ ਨੇ ਹਰ ਮਹੀਨੇ ਦੀ ਵਿਚਾਰ ਜਿਹੜੀ ਹੈ ਉਹ ਸਾਨੂੰ ਸਾਰਿਆਂ ਨੂੰ ਪ੍ਰਦਾਨ ਕੀਤੀ ਹੈ। ਪਹਿਲੇ ਜਾਮੇ 'ਚ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਵੀ 12ਵਾਂ ਉਚਾਰਨ ਕੀਤਾ। ਤੁਖਾਰੀ ਰਾਗ ਵਿੱਚ ਸਤਿਗੁਰਾਂ ਦੀ ਬਾਣੀ ਦਰਜ ਹੈ, ਪਰ ਉਹ ਮਹਿੰਗੀ ਬਾਣੀ, ਕਠਿਨ ਬਾਣੀ ਹੋਣ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਸੇ ਦੀ ਵਿਆਖਿਆ ਸਵਰੂਪ ਸਰਲ ਸ਼ਬਦਾਂ ਵਿੱਚ ਸਾਨੂੰ ਸਮਝਾਉਣ ਵਾਸਤੇ 12ਵਾਂ ਮਾਝ ਦੀ ਬਾਣੀ ਦਾ ਉਪਦੇਸ਼ ਦਿੱਤਾ ਹੈ। ਗੁਰਦੁਆਰਾ ਮੰਜੀ ਸਾਹਿਬ ਜਦੋਂ ਆਪ ਜੀ ਦਰਬਾਰ ਸਾਹਿਬ ਦਰਸ਼ਨ ਕਰਦੇ ਹੋ, ਜਿੱਥੇ ਰੋਜ਼ਾਨਾ ਸੁਬਾਹ ਅੰਮ੍ਰਿਤ ਵੇਲੇ ਕਥਾ ਹੁੰਦੀ ਹੈ, ਮੰਜੀ ਸਾਹਿਬ ਦੀਵਾਨ ਹਾਲ ਦੇ ਬਾਹਰਲੇ ਪਾਸੇ ਮਹਾਰਾਜ ਜੀ ਦਾ ਸਥਾਨ ਬਣਿਆ, ਨਿਸ਼ਾਨ ਸਾਹਿਬ ਲੱਗਾ ਹੋਇਆ ਹੈ। ਉਹ ਜਗ੍ਹਾ ਹੈ ਜਿੱਥੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਬੈਠ ਕੇ 12ਵਾਂ ਮਾਝ ਦੀ ਬਾਣੀ ਉਚਾਰਨ ਕੀਤੀ ਹੈ। ਉੱਥੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੀਵਾਨ ਸਜਾਇਆ ਕਰਦੇ ਸਨ। ਤੋ ਮੰਜੀ ਸਾਹਿਬ ਵਿਖੇ ਬਾਣੀ ਦੀ ਰਚਨਾ ਸਤਿਗੁਰਾਂ ਨੇ ਕੀਤੀ ਆ। ਆਪਾਂ ਮਹੀਨੇ ਦੀ ਕਥਾ ਸਰਵਣ ਕਰਾਂਗੇ। ਉਸ ਤੋਂ ਪਹਿਲਾਂ ਜੋ ਸਤਿਗੁਰੂ ਜੀ ਨੇ ਸ਼੍ਰੀ ਮੁਖ ਵਾਕ ਹੁਕਮਨਾਮੇ ਦੀ ਦਾਤ ਸਾਨੂੰ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤੀ ਹੈ, ਆਓ ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਪੰਜਵੇਂ ਪਾਤਸ਼ਾਹ ਜੀ ਦੇ ਪਵਿੱਤਰ ਚਰਨ ਕਮਲਾਂ ਨਾਲ ਜੋੜੀਏ। ਸਤਿਗੁਰਾਂ ਵੱਲੋਂ ਬਖਸ਼ਿਸ਼ ਕੀਤੇ ਗਏ ਪਾਵਨ ਸ੍ਰੀ ਮੁਖ ਵਾਕ ਨੂੰ ਵਿਚਾਰੀਏ। ਇਕਾਗਰਤਾ ਬਣਾਉਣ ਨਿਮਿਤ ਸੰਭੂ ਮਾਈ ਭਾਈ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾ। ਹਰ ਬਿਸਰਤ ਸਦਾ ਖੁਆਰੀ। ਰਾਗ ਟੋਡੀ ਹੈ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਇਹ ਸ਼ਬਦ ਉਚਾਰਨ ਕਰ ਰਹੇ ਨੇ। ਹਰ ਬਿਸਰਤ ਸਦਾ ਖੁਆਰੀ। ਹਰੀ ਵਿਸਰਦਾ ਤੇ ਫਿਰ ਸਦਾ ਲਈ ਖੁਆਰੀ ਪੱਲੇ ਪੈਂਦੀ। ਖੁਆਰੀ ਦਾ ਮਤਲਬ ਹੁੰਦਾ ਖੁਆਰ ਹੋਣਾ, ਖੱਜਲ ਹੋਣਾ। ਆਮ ਕਰਕੇ ਆਪਾਂ ਇਹ ਸ਼ਬਦ ਵਰਤਦੇ ਹਾਂ ਵੀ ਖੱਜਲ ਖੁਆਰੀ, ਵੀ ਜਦੋਂ ਬੰਦੇ ਨੂੰ ਭਟਕਣਾ ਪਵੇ, ਭਰਮਣਾ ਪਵੇ, ਪੱਲੇ ਕੁਝ ਨਾ ਪਵੇ, ਉਹਨੂੰ ਕਹਿੰਦੇ ਆ ਖੱਜਲ ਖੁਆਰੀ। ਹਰੀ ਵਿਸਰੇ ਤੇ ਜੀਵ ਦੇ ਪੱਲੇ ਖੱਜਲ ਖੁਆਰੀ ਪੈਂਦੀ। ਖੁਆਰ ਹੁੰਦੇ ਆ ਜੀਵ, ਭਟਕਦੇ ਰਹਿੰਦੇ ਆ ਜਨਮ ਮਰਨ ਦੇ ਚੱਕਰਾਂ 'ਚ। ਇਹ ਵੀ ਖੁਆਰੀ ਹੈ ਨਾ, ਕਦੇ ਜੰਮਣਾ ਕਦੇ ਮਰਨਾ, ਮਿਲਣਾ ਕੁਝ ਨਹੀਂ, ਹਾਸਲ ਕੁਝ ਨਹੀਂ ਹੋਣਾ। ਕਈ ਜਨਮ ਧਾਰੇ, ਕਈ ਗਵਾਏ, ਕਦੇ ਕਿਹੜੀ ਜੋਨੀ 'ਚ ਕਦੇ ਕਿਹੜੀ ਜੋਨੀ 'ਚ ਭਟਕਦੇ ਹੀ ਫਿਰੇ, ਭਟਕਦੇ ਹੀ ਫਿਰੇ। ਉਹਨੂੰ ਕਹਿੰਦੇ ਨੇ ਖੁਆਰੀ ਹੋਣੀ। ਇਹ ਖੁਆਰੀ ਉਹਨਾਂ ਨੂੰ ਹੁੰਦੀ ਹੈ ਜਿਨ੍ਹਾਂ ਨੂੰ ਹਰੀ ਵਿਸਰਦਾ।
ਜਿਨ੍ਹਾਂ ਨੂੰ ਪਰਮੇਸ਼ਰ ਵਿਸਰਦਾ। ਇੱਕ ਖੁਆਰੀ ਤਾਂ ਇਹ ਹੈ, ਦੂਸਰੀ ਖੁਆਰੀ ਹੈ ਗੁਰੂ ਖਾਲਸਾ ਜੀ ਵਿਕਾਰਾਂ ਵਿੱਚ ਭਟਕਣਾ। ਮਨ 'ਚ ਵਿਕਾਰਾਂ ਦੀ ਬਹੁਲਤਾ ਬਣੀ ਰਹਿਣੀ, ਕਾਮ ਕ੍ਰੋਧ ਈਰਖਾ ਵਖੀਲੀ ਦੇ ਵਿੱਚ ਇਸ ਮਨ ਨੇ ਭਟਕਦੇ ਰਹਿਣਾ, ਇਹਨੂੰ ਵੀ ਖੁਆਰੀ ਕਹਿੰਦੇ। ਜਦੋਂ ਹਰੀ ਵਿਸਰਦਾ ਉਦੋਂ ਖੁਆਰਕ ਹੁੰਦਾ ਜੀਵ, ਵਿਕਾਰਾਂ ਦੇ ਵਿੱਚ ਖੁਆਰ ਹੁੰਦਾ। ਨਾਮ ਜਪ ਕਰਨ ਵਿੱਚ ਸਭ ਤੋਂ ਵੱਡੀ ਕਠਿਨਾਈ ਪਤਾ ਕੀ ਆਉਂਦੀ ਹੈ? ਸਭ ਤੋਂ ਕਠਿਨਾਈ, ਵੱਡੀ ਕਠਿਨਾਈ ਜਦੋਂ ਨਾਮ ਜਪੀਏ ਨਾ, ਨਾਮ ਦੀ ਕਮਾਈ ਕਰਨੀ ਪ੍ਰਾਰੰਭ ਕਰੀਏ, ਤਾਂ ਸਭ ਤੋਂ ਪਹਿਲੀ ਕਠਿਨਾਈ ਆਉਂਦੀ ਹੈ ਵੀ ਮਨ 'ਚ ਵਿਕਾਰ ਪੈਦਾ ਹੁੰਦੇ ਹੈ। ਨਾਮ ਜਪ ਕੇ ਵਿਕਾਰ ਵੱਧਦੇ ਆ, ਇੱਕ ਵਾਰੀ ਫੁਰਨੇ ਕਫੁਰਨੇ ਵੱਧਦੇ ਨੇ। ਕਿਉਂ ਹੁੰਦਾ ਐਸਾ? ਕਿਉਂਕਿ ਨਾਮ ਜਪ ਨਾਲ ਹਿਰਦੇ 'ਚੋਂ ਵਿਕਾਰ ਨਿਕਲਦੇ ਨੇ ਨਾ, ਉਹਨੂੰ ਵਿਕਾਰ ਜਿਹੜੇ ਜਨਮਾਂ ਜਨਮਾਂ ਤੋਂ ਸਾਡੇ ਅੰਦਰ ਡੇਰਾ ਕਰੀ ਬੈਠੇ ਨੇ, ਘਰ ਬਣਾਈ ਬੈਠੇ ਨੇ, ਜਨਮਾਂ ਜਨਮਾਂ ਤੋਂ ਬੈਠੇ ਹੈ, ਜਿਨ੍ਹਾਂ ਦਾ ਪੱਕਾ ਡੇਰਾ ਹੈ, ਜਦੋਂ ਜਾਣਗੇ ਇੱਕ ਵਾਰੀ ਪੂਰਾ ਜ਼ੋਰ ਤਾਂ ਲਾਣਗੇ ਨਾ ਆਪਣਾ। ਜਦੋਂ ਜਾਣਗੇ ਉਹ ਆਪਣਾ ਤਾਣ ਲਾਉਣਗੇ ਨਾ, ਪੂਰਾ ਜ਼ੋਰ ਲਾਉਣਗੇ ਵੀ ਤੁਸੀਂ ਸਾਨੂੰ ਇੱਥੋਂ ਕਿਉਂ ਕੱਢਦੇ ਹੋ, ਇੱਥੇ ਦਾ ਸਾਡਾ ਜਨਮਾਂ ਜਨਮਾਂ ਦਾ ਡੇਰਾ। ਉਹ ਵਿਕਾਰ ਇੱਕਦਮ ਪਹਿਲਾਂ ਵਿਚਲਿਤ ਕਰ ਦਿੰਦੇ ਆ ਮਨੁੱਖ ਨੂੰ। ਪਰ ਜੇ ਕੋਈ ਡਟ ਕੇ ਧੀਰਜ ਰੱਖ ਕੇ ਨਾਮ ਦੀ ਸਾਧਨਾ 'ਚ ਜੁੜਿਆ ਰਹੇ, ਫਿਰ ਉਹ ਵਿਕਾਰ ਜਦੋਂ ਜਾਂਦੇ ਹਨ, ਵਿਕਾਰ ਇਸ ਜੀਵ ਨੂੰ ਬੇਬਲ ਕਰਕੇ ਜਾਂਦੇ ਹਨ, ਤਾਂ ਉਹੀ ਇੱਕ ਵੇਦਨ ਬਣਾ ਕੇ ਚਲੇ ਜਾਂਦੇ ਨੇ, ਜਿਸ ਨੂੰ ਬਿਰਹਾ ਦੀ ਵੇਦਨ ਕਹਿੰਦੇ ਆ। ਉਸ ਬਿਰਹਾ ਦੀ ਵੇਦਨ ਵਿੱਚ ਫਿਰ ਉਹ ਸਾਧਕ ਅਕਾਲ ਪੁਰਖ ਨੂੰ ਬੇਨਤੀ ਕਰਕੇ ਕਹਿੰਦਾ, ਵਾਹਿਗੁਰੂ ਆ ਵੇਖ ਮੇਰਾ ਹਾਲ ਕਿਹੋ ਜਿਹਾ ਹੈ, ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ। हे ਸੱਚੇ ਸਾਹਿਬ, ਸਾਡੇ ਵੱਲ ਤਰਸ ਕਰਕੇ ਵੇਖਾ ਸਾਡੀ ਕੀ ਦਸ਼ਾ ਹੋਈ ਪਈ ਹੈ ਇਹਨਾਂ ਵਿਕਾਰਾਂ ਨਾਲ। ਸਭ ਸਹੀਆਂ ਸਹੁਰਾਵਣ ਗਈਆਂ, ਹਉ ਦਾਦੀ ਕੈ ਦਰ ਜਾਵਾਂ। हे ਪ੍ਰਭੂ, ਜਿੰਨੀਆਂ ਸਹੀਆਂ ਸਨ ਸਭ ਉਸ ਪਤੀ ਪਰਮੇਸ਼ਰ ਨੂੰ ਰਾਵਣ ਨੇ ਚਲੀਆਂ ਗਈਆਂ। ਮੈਂ ਸੜੀ ਹੋਈ ਵਿਕਾਰਾਂ ਦੀ ਅੱਗ ਦੇ ਵਿੱਚ ਭੁੱਜੀ ਹੋਈ ਕਿੱਥੇ ਜਾਵਾਂ। ਉਹੀ ਵੇਦਨ ਬਣ ਜਾਂਦੀ, ਉਹਨੂੰ ਬਿਰਹਾ ਦੀ ਵੇਦਨ ਕਹਿੰਦੇ ਆ। ਪਰ ਪਹਿਲਾਂ ਪ੍ਰਾਰੰਭ ਵਿੱਚ ਨਾਮ ਜਪ, ਹਿਰਦੇ ਵਿੱਚ ਵਿਕਾਰ ਇੱਕਦਮ ਪ੍ਰਬਲ ਹੁੰਦੇ ਆ। ਪਹਿਲੋਂ ਵੱਧ ਫੁਰਨੇ ਆਉਣਗੇ, ਸੰਕਲਪ ਵਿਕਲਪ ਵੱਧ ਆਉਣਗੇ, ਵਿਕਾਰ ਦੀ ਬਿਰਤੀ ਇੱਕ ਵਾਰੀ ਵਧੇਗੀ। ਬਹੁਤ ਸਾਰੀਆਂ ਪੈਥੀਆਂ ਐਸੀਆਂ ਨੇ, ਜਦੋਂ ਕਿਸੇ ਬਿਮਾਰੀ ਦਾ ਇਲਾਜ ਕੀਤਾ ਜਾਂਦਾ ਉਹਨਾਂ ਪੈਥੀਆਂ ਨਾਲ, ਬਕਾਇਦਾ ਡਾਕਟਰ ਕਹਿੰਦੇ ਆ ਵੀ ਇੱਕ ਵਾਰੀ ਤੁਹਾਡੀ ਇਹ ਬਿਮਾਰੀ ਵਧੇਗੀ ਪਰ ਮੁੜ ਕੇ ਚਲੀ ਜਾਏਗੀ। ਇਹ ਵਿਕਾਰ ਵੀ ਇੱਕਦਮ ਨਾਮ ਜਪ ਦੀ ਸਾਧਨਾ ਨਾਲ ਪਹਿਲੋਂ ਵੱਧਦੇ ਆ, ਮੁੜ ਕੇ ਫਿਰ ਸ਼ਾਂਤ ਹੋ ਜਾਂਦੇ ਆ, ਨਿਰਵਿਰਤ ਹੋ ਜਾਂਦੇ ਆ। ਤੋ ਨਾਮ ਦੀ ਕਮਾਈ, ਨਾਮ ਦੀ ਸਾਧਨਾ ਪਹਿਲੋਂ ਰਸਨਾ ਦੁਆਰਾ ਹੁੰਦੀ ਹੈ। ਜਿਹੜੀ ਰਸਨਾ ਦੁਆਰਾ ਹੋਵੇ ਉਹਨੂੰ ਮਾਨਸੀ ਜਪ ਕਹਿੰਦੇ ਹਨ। ਜਦੋਂ ਮਨ ਦੁਆਰਾ ਸਿਮਰਨ ਹੋਣ ਲੱਗ ਪਵੇ ਤਾਂ ਉਹਨੂੰ ਦੇਵ ਜਪ ਕਹਿੰਦੇ ਨੇ, ਵੀ ਪਰਮੇਸ਼ਰ ਦੀ ਕੋਈ ਦੈਵੀ ਸ਼ਕਤੀ ਕੰਮ ਕਰ ਰਹੀ ਹੈ। ਜਦੋਂ ਤੁਹਾਡੇ ਸਵਾਸ ਵਿੱਚ ਸੁਤੇ ਸਿੱਧ ਆਪਣੇ ਆਪ ਹੀ ਜਪਿਆ ਜਾਂਦਾ ਹੋਵੇ, ਉਦੋਂ ਈਸ਼ਵਰ ਕਿਰਪਾ, ਪ੍ਰਭੂ ਕਿਰਪਾ ਵਰਤਣੀ ਸ਼ੁਰੂ ਹੋ ਜਾਂਦੀ ਹੈ। ਇਸੇ ਕਰਕੇ ਸਾਧੂ ਨਿਸੱਲ ਹੋ ਕੇ ਜ਼ਮੀਨ ਤੇ ਲੇਟਿਆ ਹੋਇਆ ਵੀ ਕਹਿੰਦਾ, ਬੇਫਿਕਰੀ ਦੇ ਆਲਮ 'ਚ ਕਹਿੰਦਾ, ਜਪ ਤਾਂ ਮੇਰਾ ਈਸ਼ਵਰ ਕਰ ਰਿਹਾ ਹੈ, ਜਾਪ ਤਾਂ ਮੇਰਾ ਈਸ਼ਵਰ ਕਰ ਰਿਹਾ, ਮੈਨੂੰ ਨਹੀਂ ਜਪਣਾ ਪੈ ਰਿਹਾ, ਮੇਰਾ ਈਸ਼ਵਰ ਖੁਦ ਜਪ ਰਿਹਾ ਹੈ। ਉਹ ਈਸ਼ਵਰ ਦੀ, ਪਰਮੇਸ਼ਰ ਦੀ ਕਿਰਪਾ ਨਾਲ। ਪਰ ਸ਼ੁਰੂਆਤ ਰਸਨਾ ਤੋਂ ਹੀ ਕਰਨੀ ਪੈਣੀ, ਮਾਨਸੀ ਜਪ ਤੋਂ ਹੀ। ਹੱਠ ਤਪ ਨਾਲ ਪਹਿਲਾਂ ਰਸਨਾ ਨਾਲ ਹੀ ਜਪਣਾ ਪਵੇਗਾ। ਭੁੱਲਦਾ ਫਿਰ ਜਪੋ, ਫਿਰ ਭੁੱਲਦਾ ਫਿਰ ਸਿਮਰਤੀ 'ਚ ਲਿਆਓ। ਜਿੰਨਾ ਨਾਮ ਜਪ ਵਧੇਗਾ, ਓਨੀ ਗੁਰੂ ਸਾਹਿਬ ਦੀ ਕਲਾ ਵਰਤ ਕੇ ਹਿਰਦੇ ਵਿੱਚ ਉਤਰੇਗਾ। ਹਿਰਦੇ ਵਿੱਚੋਂ ਹੀ ਸਵਾਸ ਦੇ ਵਿੱਚ ਉਤਰਨਾ ਹੈ। ਰੋਮ ਰੋਮ ਵਿੱਚ ਗੁਰਮੁਖ ਰੋਮ ਰੋਮ ਹਰ ਧਿਆਵੈ,
ਇਹ ਅਵਸਥਾ ਬਣਨੀ ਹੈ। ਮਹਾਰਾਜ ਭਗਤ ਜੀ ਕਹਿੰਦੇ ਮਨ ਮੇਰੋ ਗਾਜੋ ਜਿਹਬਾ ਮੇਰੀ ਕਾਤੀ ਮਪ ਮਪ ਕਾਟੋ ਜਮ ਕੀ ਫਾਂਸੀ। ਮੈਂ ਆਪਣੇ ਮਨ ਨੂੰ ਗਜ ਬਣਾ ਕੇ ਜ਼ੁਬਾਨ ਨੂੰ ਕੈਂਚੀ ਬਣਾ ਕੇ ਵਾਹਿਗੁਰੂ 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 ਜਪ ਜਪ ਕੇ ਕਹਿੰਦੇ ਜਿਹੜੀ ਜੰਮਾਂ ਦੀ ਫਾਈ ਆ ਉਹਨੂੰ ਨਾਪ ਨਾਪ ਕੇ ਕੱਟ ਰਿਹਾ। ਮਪ ਮਪ ਕਾਟੋ ਜਮ ਕੀ ਫਾਂਸੀ। ਮਾਪ ਮਾਪ ਕੇ ਕਹਿੰਦੇ ਜੰਮਾਂ ਦੀ ਫਾਈ ਨੂੰ ਕੱਟ ਰਿਹਾ, ਕਿਉਂਕਿ ਪਰਮੇਸ਼ਰ ਦਾ ਭਜਨ ਜੰਮਾਂ ਦੀ ਖੁਆਰੀ ਤੋਂ ਬਚਾਉਂਦਾ। ਜਿਹੜੇ ਅਕਾਲ ਪੁਰਖ ਪਰਮੇਸ਼ਰ ਦੇ ਭਜਨ ਤੋਂ ਵਿਹੂਣੇ ਨੇ, ਜਿਨ੍ਹਾਂ ਨੇ ਹਰੀ ਨੂੰ ਆਪਣੇ ਹਿਰਦੇ ਚੋਂ ਵਿਸਾਰਿਆ ਹੋਇਆ, ਮਹਾਰਾਜ ਜੀ ਕਹਿੰਦੇ ਉਹਨਾਂ ਦੀ ਸਦਾ ਹੀ ਖੁਆਰੀ ਹੁੰਦੀ ਹੈ। ਉਹ ਵਿਕਾਰਾਂ ਦੀ ਅੱਗ 'ਚ ਸੜਦੇ ਭੁੱਜਦੇ ਰਹਿੰਦੇ ਐ, ਵਿਕਾਰਾਂ ਕਰਕੇ ਖੁਆਰ ਹੁੰਦੇ ਰਹਿੰਦੇ ਐ, ਜਨਮ ਮਰਨ ਦੇ ਚੱਕਰਾਂ ਦੇ ਵਿੱਚ ਭਟਕ ਕੇ ਖੁਆਰ ਹੁੰਦੇ ਰਹਿੰਦੇ ਹਨ। ਤਾ ਕਉ ਧੋਖਾ ਕਹਾ ਵਿਆਪੈ ਜਾ ਕਉ ਓਟ ਤੁਹਾਰੀ। ਉਹਨਾਂ ਨੂੰ ਧੋਖਾ ਕਿਵੇਂ ਵਿਆਪ ਸਕਦਾ? ਧੋਖਾ, ਇਹ ਮਾਇਆ ਵੀ ਧੋਖਾ ਦਿੰਦੀ ਹੈ, ਵਿਕਾਰ ਵੀ ਧੋਖਾ ਦਿੰਦੇ ਨੇ ਜੀਵ ਨੂੰ। ਕਹਿੰਦੇ ਉਹਨਾਂ ਨੂੰ ਧੋਖਾ ਕਿਵੇਂ ਵਿਆਪ ਸਕਦਾ? ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ। ਹੈ ਪ੍ਰਭੂ, ਜਿਨ੍ਹਾਂ ਨੂੰ ਤੇਰੀ ਓਟ ਹੈ, ਜਿਨ੍ਹਾਂ ਨੂੰ ਤੇਰਾ ਆਸਰਾ ਹੈ, ਉਹ ਕਦੇ ਕਿਸੇ ਮਾਇਆ ਦੇ ਧੋਖੇ ਵਿੱਚ ਨਹੀਂ ਆਉਂਦੇ, ਕਦੇ ਕਿਸੇ ਧੋਖੇ ਵਿੱਚ ਨਹੀਂ ਫਸਦੇ। ਮਨੁੱਖ ਨੂੰ ਇੱਕ ਬੜਾ ਵੱਡਾ ਆਪਣੇ ਆਪ ਨੂੰ ਭਰਮ ਹੈ ਕਿ ਮੈਂ ਕਿਸੇ ਦੂਜੇ ਨੂੰ ਧੋਖਾ ਦੇ ਕੇ ਉਹਨੂੰ ਛੱਡ ਲਿਆ। ਅਸਲ ਵਿੱਚ ਜਦੋਂ ਕੋਈ ਇੱਕ ਮਨੁੱਖ ਕਿਸੇ ਦੂਸਰੇ ਨੂੰ ਧੋਖਾ ਦੇ ਰਿਹਾ ਨਾ, ਤੇ ਉਹ ਕਿਸੇ ਦੂਸਰੇ ਨੂੰ ਧੋਖਾ ਨਹੀਂ ਦੇ ਰਿਹਾ, ਖੁਦ ਆਪਣੇ ਆਪ ਨਾਲ ਧੋਖਾ ਕਰ ਰਿਹਾ। ਕਿਸੇ ਦੂਸਰੇ ਦੇ ਵਿਸ਼ਵਾਸ ਦੇ ਉੱਤੇ ਸੱਟ ਮਾਰ ਕੇ ਆਪਣੇ ਆਪ ਨਾਲ, ਆਪਣੇ ਖੁਦ ਨਾਲ ਧੋਖਾ ਕਰ ਰਿਹਾ, ਕਿਸੇ ਦੂਸਰੇ ਨਾਲ ਨਹੀਂ। ਪਰਮੇਸ਼ਰ ਦੇ ਰੱਬ ਦੇ ਪਿਆਰੇ ਬੰਦਗੀ ਦੇ ਰੰਗ ਵਿੱਚ ਰੰਗੇ ਹੋਏ, ਜਿਨ੍ਹਾਂ ਨੂੰ ਕਦੇ ਵੀ ਹਰੀ ਨਹੀਂ ਵਿਸਰਦਾ ਤੇ ਪਰਮੇਸ਼ਰ ਦੀ ਓਟ ਲੈ ਕੇ ਰੱਖਦੇ ਨੇ, ਉਹਨਾਂ ਨੂੰ ਕਦੇ ਕਿਸੇ ਪ੍ਰਕਾਰ ਦਾ ਧੋਖਾ ਨਹੀਂ ਵਿਆਪਦਾ, ਕਦੇ ਕੋਈ ਧੋਖਾ ਨਹੀਂ ਵਿਆਪਦਾ। ਕਲਗੀਧਰ ਸੁਆਮੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪ੍ਰੇਮੀ ਰਾਜਾ ਸੀ, ਰਾਜਾ ਫਤਿਹ ਸ਼ਾਹ। ਸ਼੍ਰੀਨਗਰ ਰਹਿੰਦਾ ਸੀ, ਗੜਵਾਲ ਰਿਆਸਤ ਦਾ ਰਾਜਾ ਹੈ। ਇਹਦੀ ਲੜਕੀ ਦੀ ਸ਼ਾਦੀ ਹੋਣੀ ਸੀ ਰਾਜੇ ਭੀਮ ਚੰਦ ਦੇ ਲੜਕੇ ਨਾਲ। ਭੀਮ ਚੰਦ ਗੁਰੂ ਸਾਹਿਬ ਦਾ ਵਿਰੋਧੀ ਸੀ। ਉਹਦੀ ਬਰਾਤ ਪੌਂਟਾ ਸਾਹਿਬ ਵਾਲੇ ਰਸਤਿਓਂ ਸਤਿਗੁਰਾਂ ਨੇ ਉਹਦੇ ਲੜਕੇ ਦੀ ਨਹੀਂ ਜਾਣ ਦਿੱਤੀ, ਕੱਲਾ ਲੜਕਾ ਤੇ ਕੁਝ ਕੁ ਬੰਦੇ ਜਾਣ ਦਿੱਤੇ, ਕਿਉਂਕਿ ਭੀਮ ਚੰਦ ਨੇ ਆਨੰਦਪੁਰ ਸਾਹਿਬ ਮਹਾਰਾਜ ਜੀ ਨਾਲ ਵੈਰ ਕਮਾਇਆ ਸੀ। ਪੌਂਟਾ ਸਾਹਿਬ ਤੋਂ ਲੰਘਦਾ ਤੇ ਹੋ ਸਕਦਾ ਸੀ ਪੌਂਟਾ ਸਾਹਿਬ ਤੇ ਹਮਲਾ ਕਰਦਾ, ਮਹਾਰਾਜ ਜੀ ਨੇ ਨੀਤੀ ਵਰਤ ਕੇ ਇੱਥੋਂ ਲੰਘਣ ਨਹੀਂ ਦਿੱਤਾ। ਭੀਮ ਚੰਦ ਨੂੰ ਬੜੀ ਈਰਖਾ ਸੀ। ਇੱਧਰ 1.25 ਲੱਖ ਰੁਪਏ ਦਾ ਤੰਬੋਲ, ਸ਼ਗਨ ਜਿਹਨੂੰ ਆਪਾਂ ਕਹਿੰਦੇ ਆ, ਉਹ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਦੀਵਾਨ ਭਾਈ ਨੰਦ ਚੰਦ ਜੀ ਦੇ ਹੱਥ ਸ਼੍ਰੀਨਗਰ ਭੇਜਿਆ। ਕਲਗੀਧਰ ਜੀ ਨੇ ਬਕਾਇਦਾ ਦੀਵਾਨ ਨੰਦ ਚੰਦ ਜੀ ਦੇ ਨਾਲ ਤਕਰੀਬਨ 200 ਦੇ ਨੇੜੇ ਸਿੰਘਾਂ ਦੀ, ਸਿੱਖਾਂ ਦੀ ਫੌਜ ਭੇਜੀ ਤੇ ਹੁਕਮ ਕੀਤਾ ਵੀ ਤੁਸੀਂ ਆਪਣਾ ਪੜਾਅ ਜਿਹੜਾ ਡੇਰਾ ਉਹ ਪੌਂਟਾ ਸਾਹਿਬ ਵਾਲੇ ਰਸਤੇ ਤੇ ਰੱਖਣਾ, ਸ਼ਹਿਰ ਦੇ ਵਿੱਚ ਉਹਨਾਂ ਦੀ ਮਰਜ਼ੀ ਨਾਲ ਪੜਾਅ ਨਹੀਂ ਕਰਨਾ, ਵੀ ਜਿੱਥੇ ਉਹ ਕਹਿਣ। ਕਲਗੀਧਰ ਜੀ ਨੂੰ ਪਤਾ ਸੀ ਕਿ ਪਹਾੜੀਆਂ ਨੇ ਹਮਲਾ ਕਰਨਾ, ਜੇ ਸਿੱਖਾਂ ਨੇ ਉਹਨਾਂ ਦੇ ਸ਼ਹਿਰ ਦੇ ਅੰਦਰ ਕਿਤੇ ਡੇਰਾ ਕੀਤਾ ਤੇ ਘੇਰੇ ਵਿੱਚ ਘਿਰਣਗੇ ਤੇ ਨੁਕਸਾਨ ਹੋਵੇਗਾ। ਪਾਤਸ਼ਾਹ ਨੇ ਪਹਿਲਾਂ ਹੀ ਜਾਣੀ ਜਾਣ ਸਤਿਗੁਰ ਆਖਿਆ ਤੁਸੀਂ ਬਾਰ-ਬਾਰ ਡੇਰਾ ਰੱਖਣਾ। ਦੀਵਾਨ ਨੰਦ ਚੰਦ ਹੋਣੀ ਪਹੁੰਚ ਗਏ, ਸ਼ਾਦੀ ਹੋ ਗਈ, ਭੀਮ ਚੰਦ ਆ ਗਿਆ। ਜਦੋਂ ਸ਼ਗਨ ਦੇਣ ਲੱਗੇ ਨਾ,
ਸਾਰੇ ਰਾਜਿਆਂ ਦਾ ਸ਼ਗਨ ਰੱਖਿਆ ਹੋਇਆ ਸੀ ਤੇ ਫਿਰ ਕਲਗੀਧਰ ਜੀ ਦੇ ਵੱਲੋਂ ਭੇਜਿਆ 1.25 ਲੱਖ ਦਾ ਤੰਬੋਲ, ਸੋਨੇ ਦੇ ਚਾਂਦੀ ਦੇ ਭਾਂਡੇ, ਬਹੁਤ ਸਾਰੇ ਕੀਮਤੀ ਵਸਤਰ, ਮਾਇਆ, ਗਹਿਣੇ ਜਦੋਂ ਲਿਆ ਕੇ ਰੱਖੇ ਤੇ ਭੀਮ ਚੰਦ ਹੈਰਾਨ ਹੋਇਆ। ਕਹਿੰਦਾ ਜੀ ਇਹ ਕਿਹਦੇ ਵੱਲੋਂ? ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ। ਇੱਕਦਮ ਅੱਗ ਦਾ ਭੰਬੂੜਾ ਹੋ ਗਿਆ, ਸੜ ਗਿਆ। ਫਤਿਹ ਸ਼ਾਹ ਨੂੰ ਕਹਿੰਦਾ ਮੇਰੇ ਦੁਸ਼ਮਣ ਦਾ ਤੰਬੋਲ ਲਿਆ ਕੇ ਮੇਰੇ ਸਾਹਮਣੇ ਰੱਖ ਕੇ ਮੈਨੂੰ ਸਾੜਨਾ, ਮੈਂ ਤੇਰੀ ਲੜਕੀ ਦਾ ਡੋਲਾ ਨਹੀਂ ਲੈ ਕੇ ਜਾਂਦਾ, ਜਾਂ ਇਹਨਾਂ ਨੂੰ ਮਾਰ। ਫਤਿਹ ਸ਼ਾਹ ਵਿਚਾਰਾ ਸਮੱਸਿਆ 'ਚ ਫਸ ਗਿਆ ਵੀ ਹੁਣ ਕੀ ਕਰੀਏ। ਦੀਵਾਨ ਆਨੰਦ ਚੰਦ ਹੋਣਾ ਨੇ ਵੇਖਿਆ ਵੀ ਇਹਨਾਂ ਦੀ ਅੱਖਾਂ ਬਦਲ ਗਈਆਂ ਨੇ, ਵੀ ਹੁਣ ਇਹ ਹਮਲੇ ਦੀ ਤਿਆਰੀ ਵਿੱਚ ਨੇ। ਇਸ਼ਾਰਾ ਕੀਤਾ ਵੀ ਜੇ ਹੁਣ ਇਹ ਹਮਲੇ ਦੀ ਤਿਆਰੀ 'ਚ ਨੇ ਫਿਰ 1.25 ਲੱਖ ਰੁਪਈਆ ਖਰਾਬ ਕਿਉਂ ਕਰੀਏ। ਜਿੰਨਾ ਤੰਬੋਲ ਸੀ ਦੀਵਾਨ ਆਨੰਦ ਚੰਦ ਹੋਣਾ ਨੇ ਇਕੱਠਾ ਕਰਾ ਲਿਆ। ਸਾਰਾ ਕੁਝ ਇਕੱਠਾ ਕਰਾ ਕੇ ਬਾਹਰ ਆ ਗਏ, ਜਿੱਥੇ ਪਹਿਲਾਂ ਹੀ ਪੜਾਅ ਕੀਤਾ ਹੋਇਆ ਸੀ ਬਾਰ-ਬਾਰ ਹੀ। ਉੱਥੋਂ ਫੌਜਾਂ ਲੈ ਕੇ ਆਪਣਾ ਸਾਰਾ ਡੇਰਾ ਪੁੱਟ ਕੇ ਭਾਈ ਆਨੰਦ ਚੰਦ ਜੀ ਪੌਂਟਾ ਸਾਹਿਬ ਨੂੰ ਚੱਲੇ ਤੇ ਇਹਨਾਂ ਨੇ ਫੌਜ ਲਿਆ ਕੇ ਹਮਲਾ ਬੋਲ ਦਿੱਤਾ। ਅੱਗੇ ਇੱਕ ਘਾਟਾ ਸੀ, ਉਹ ਘਾਟਾ ਰੋਕ ਲਿਆ। ਘਾਟਾ ਕਹਿੰਦੇ ਵੀ ਦੋਹਾਂ ਪਾਸੇ ਪਹਾੜ ਤੇ ਵਿੱਚੋਂ ਰਾਹ ਜਾਂਦਾ ਸੀ, ਉਹ ਰਸਤਾ ਰੋਕ ਲਿਆ। ਪਰ ਮਹਾਰਾਜ ਜੀ ਨੇ ਪਹਿਲਾਂ ਹੀ ਵਿਉਂਤਬੰਦੀ ਦੱਸੀ ਹੋਈ ਸੀ ਵੀ ਬੰਦੂਕਾਂ ਭਰ ਕੇ ਰੱਖਿਓ, ਤਿਆਰ ਬਰ ਤਿਆਰ ਰਿਓ। ਗੋਲੀਆਂ ਦਾਗਦਿਆਂ ਭਾਈ ਆਨੰਦ ਚੰਦ ਹੋਣੀ ਵਾਪਸ ਪੌਂਟਾ ਸਾਹਿਬ ਆ ਗਏ। ਕਿਸੇ ਸਿੱਖ ਦਾ ਵਾਲ ਵੀ ਵਿੰਗਾ ਨਹੀਂ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਦੀ ਓਟ ਲਈ ਤੇ ਧੋਖਾ ਨਹੀਂ ਵਿਆਪਿਆ। ਉਹਨਾਂ ਨੂੰ ਧੋਖਾ ਨਹੀਂ ਵਿਆਪਦਾ ਜਿਹੜੇ ਸਤਿਗੁਰਾਂ ਦੀ ਓਟ ਲੈ ਕੇ ਰੱਖਦੇ ਆ। ਜਿਹੜੇ ਸਤਿਗੁਰਾਂ ਦੀ ਓਟ ਦੇ ਆਸਰੇ ਵਿੱਚ ਚੱਲਦੇ ਨੇ ਉਹਨਾਂ ਨੂੰ ਕਿਵੇਂ ਕੋਈ ਧੋਖਾ ਵਿਆਪ ਸਕਦਾ ਹੈ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਫਰਮਾ ਰਹੇ ਨੇ ਮਾਇਆ ਵੀ ਉਹਨਾਂ ਨੂੰ ਧੋਖਾ ਨਹੀਂ ਦਿੰਦੀ। ਇਹ ਮਾਇਆ ਵੀ ਧੋਖਾ ਦੇ ਰਹੀ ਹੈ ਸੰਸਾਰ ਦੇ ਜੀਵਾਂ ਨੂੰ। ਇਹ ਮਾਇਆ ਰੂਪੀ ਧੋਖਾ ਉਹਨਾਂ ਨੂੰ ਨਹੀਂ ਵਿਆਪਦਾ। हे ਪ੍ਰਭੂ ਜੀ, ਜਿਨ੍ਹਾਂ ਨੂੰ ਤੁਹਾਡੀ ਓਟ ਹੈ, ਜਿਹੜੇ ਤੁਹਾਡੇ ਆਸਰੇ ਤੇ ਰਹਿੰਦੇ ਹਨ। ਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੀ ਅਰਜਾਰੀ। ਪਰਮੇਸ਼ਰ ਦੇ ਸਿਮਰਨ ਤੋਂ ਬਿਨਾ ਇਹ ਜੀਵਨ ਬਲਨਾ ਕਹਿੰਦੇ ਨੇ ਬੀਤਣਾ। ਇਹ ਜਿਹੜਾ ਜੀਵਨ ਬੀਤ ਰਿਹਾ ਨਾ ਪਰਮੇਸ਼ਰ ਦੇ ਸਿਮਰਨ ਭਜਨ ਤੋਂ ਬਿਨਾ, ਉਹਦੀ ਯਾਦ ਤੋਂ ਬਿਨਾ, ਇਹ ਇਉਂ ਹੈ ਜਿਵੇਂ ਕਿਸੇ ਸੱਪ ਦੀ ਉਮਰ ਹੋਵੇ। ਸੱਪ ਲੰਮੀ ਉਮਰ ਦਾ ਹੋਵੇ ਨਾ, ਜਿੰਨਾ ਜਿੰਨਾ ਉਮਰ ਉਹਦੀ ਵੱਧਦੀ ਆ ਉਹਦੇ ਅੰਦਰ ਜ਼ਹਿਰ ਵੱਧਦਾ ਜਾਂਦਾ, ਆਪਣੇ ਜ਼ਹਿਰ ਨਾਲ ਹੀ ਸੜੀ ਜਾਂਦਾ, ਫਿਰ ਉਹ ਅੰਦਰੋਂ ਅੰਦਰ ਕ੍ਰਿੱਜੀ ਜਾਂਦਾ। ਜਿਵੇਂ ਜਿਵੇਂ ਉਮਰ ਬੀਤਦੀ ਉਹਦਾ ਜ਼ਹਿਰ ਵੀ ਵੱਧਦਾ ਚੱਲਿਆ ਜਾਂਦਾ। ਪਾਤਸ਼ਾਹ ਕਹਿੰਦੇ ਪਰਮੇਸ਼ਰ ਦੇ ਸਿਮਰਨ ਤੋਂ ਬਿਨਾਂ ਜੇ ਕਿਸੇ ਦੀ ਜ਼ਿੰਦਗੀ ਬੀਤ ਰਹੀ ਹੈ, ਜਿੰਨਾ ਉਹਦਾ ਜੀਵਨ ਬੀਤ ਰਿਹਾ ਉਹ ਬਿਰਧ ਅਵਸਥਾ ਵੱਲ ਵੱਧ ਰਿਹਾ, ਕਹਿੰਦੇ ਓਨੀ ਉਹਦੇ ਅੰਦਰ ਵਿਕਾਰਾਂ ਦੀ ਜ਼ਹਿਰ ਵੱਧਦੀ ਜਾਂਦੀ। ਇਸ ਕਰਕੇ ਉਹ ਸੱਪ ਦੀ ਜ਼ਿੰਦਗੀ ਵਾਂਗੂ ਹੀ ਆਪਣੀ ਜ਼ਿੰਦਗੀ ਜੀ ਰਿਹਾ। ਜਿਵੇਂ ਸੱਪ ਜਿੰਨੀ ਮਰਜ਼ੀ ਲੰਮੀ ਉਮਰ ਜੀਵੇ ਉਹਦੇ ਲਈ ਨਿਕੰਮੀ ਹੈ, ਕਿਸੇ ਕੰਮ ਦੀ ਨਹੀਂ। ਪਰਮੇਸ਼ਰ ਦੇ ਭਜਨ ਤੋਂ ਸਿਮਰਨ ਤੋਂ ਬਿਨਾਂ ਭਾਵੇਂ ਬੰਦੇ ਨੇ 100 ਸਾਲ ਦੀ ਜ਼ਿੰਦਗੀ ਕਿਉਂ ਨਾ ਜੀਵੀ ਹੋਵੇ, ਉਹ ਕਿਸੇ ਕੰਮ ਦੀ ਨਹੀਂ, ਨਿਕੰਮੀ ਹੈ, ਨਿਰਾਰਥ ਹੈ। ਤੇ ਉਹਦੀ ਭਜਨ ਤੇ ਉਹਦੀ ਬੰਦਗੀ ਦੇ ਵਿੱਚ ਭਾਵੇਂ ਕਿਸੇ ਨੇ 7 ਸਾਲ ਤੇ 9 ਸਾਲ ਦੀ ਗੁਰੂ ਕੇ ਲਾਲਾ ਨੇ ਜ਼ਿੰਦਗੀ ਬਤੀਤ ਕੀਤੀ, ਉਹ ਇਹੋ ਜਿਹੀ ਸਫਲ ਹੋਈ ਕਿ ਪੂਰੇ ਸੰਸਾਰ ਦੇ ਬਾਬੇ ਹੋ ਗਏ, ਸਤਿਕਾਰਯੋਗ ਬਾਬੇ ਹੋ ਗਏ। ਖਾਲਸਾ ਜੀ, ਇੱਕ ਯੁੱਗ ਹੁੰਦਾ ਯੁੱਗ, ਪਰ ਉਹ ਯੁੱਗ ਪਲਾਂ ਵਾਂਗੂ ਬੀਤ ਜਾਂਦੇ ਨੇ, ਕੋਈ ਉਹਨਾਂ ਯੁੱਗਾਂ ਨੂੰ ਚੇਤੇ ਨਹੀਂ ਕਰਦਾ। ਪਰ ਇੱਕ ਪਲ ਹੁੰਦਾ, ਪਲ ਜਿਹੜਾ ਯੁੱਗ ਬਣ ਜਾਂਦਾ ਹੈ, ਔਰ ਲੋਕ ਉਸ ਬਣੇ ਹੋਏ ਪਲ ਨੂੰ ਯੁੱਗ ਬਣਿਆ ਵੇਖ ਕੇ ਜੁਗਾਂ ਜੁਗਾਂ ਤੱਕ ਚੇਤੇ ਰੱਖਦੇ ਨੇ। ਕਿਸੇ ਦੀ 100 ਵਰ੍ਹੇ ਦੀ ਭਾਵੇਂ 150 ਵਰ੍ਹੇ ਦੀ ਉਮਰ ਹੋ ਜਾਏ, ਯੁੱਗਾਂ ਵਾਂਗੂ ਪਲਾਂ ਵਾਂਗੂ ਲੰਘ ਜਾਂਦੀ। ਉਹਨਾਂ ਦੀ ਲੰਮੀ ਉਮਰ ਦੀ ਕੋਈ ਗੱਲ ਨਹੀਂ ਹੁੰਦੀ, ਕੋਈ ਕਿਸੇ ਬਾਰੇ ਉਹਨਾਂ ਬਾਰੇ ਕੋਈ ਨਹੀਂ ਜਾਣਦਾ। ਇੱਕ ਪਲ ਵਾਂਗੂ 7 ਸਾਲ ਤੇ 9 ਸਾਲ ਦੀ ਉਮਰ ਹੀ ਜੀਵੇ ਗੁਰੂ ਕੇ ਲਾਲ,
ਧੰਨ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਉਹ ਯੁੱਗ ਬਣ ਗਏ ਤੇ ਯੁੱਗਾਂ ਤੱਕ ਚੇਤੇ ਰੱਖੇ ਜਾਣਗੇ, ਰਹਿੰਦੀ ਦੁਨੀਆ ਤੱਕ। ਪਰਮੇਸ਼ਰ ਦੇ ਭਜਨ ਤੋਂ ਬਿਨਾਂ ਬੀਤੀ ਜ਼ਿੰਦਗੀ ਕਿਸ ਕੰਮ ਦੀ? ਜਦੋਂ ਅਸੀਂ ਰਾਤ ਨੂੰ ਬੈਠ ਕੇ ਸੋਹਿਲਾ ਸਾਹਿਬ ਦੀ ਬਾਣੀ ਪੜ੍ਹਦੇ ਆ ਨਾ ਆਸਣ ਤੇ ਸੌਣ ਤੋਂ ਪਹਿਲਾਂ, ਉਦੋਂ ਇਹ ਵਿਸ਼ਲੇਸ਼ਣ ਕਰ ਲੈਣਾ ਚਾਹੀਦਾ ਕਿ ਜਿੰਨਾ ਸਮਾਂ ਹੁਣ ਤਾਈਂ ਮੈਂ ਬਤੀਤ ਕੀਤਾ, ਇਹਦੇ ਚੋਂ ਕਿੰਨਾ ਕੁ ਸਮਾਂ ਸਫਲ ਹੋਇਆ ਹੋਵੇਗਾ। ਮੈਂ ਆਪਣੇ ਕਿੰਨੇ ਕੁ ਸਵਾਸ ਨੇ ਜਿਹੜੇ ਭਲੇ ਪਾਸੇ ਲਾਏ ਹੋਣਗੇ, ਤਾਂ ਹੈਰਾਨੀ ਹੋਵੇਗੀ ਕਿ ਘੰਟਿਆਂ ਬੱਧੀ ਸਮਾਂ ਸਾਡਾ ਨਿਰਾਰਥ ਹੀ ਬੀਤਿਆ ਹੋਵੇਗਾ ਜਦੋਂ ਇਹ ਚਿੰਤਨ ਕਰਾਂਗੇ। ਪਰ ਅਸੀਂ ਐਸੇ ਚਿੰਤਨ 'ਚ ਨਾ ਕਦੇ ਬੈਠੇ ਹਾਂ ਤੇ ਨਾ ਕਦੇ ਬੈਠਣ ਦੀ ਸਾਨੂੰ ਇੱਛਾ ਹੋਈ ਹੈ। ਕਾਹਨੂੰ ਬੈਠੀਏ? ਘਾਟਾ ਪੈ ਰਿਹਾ ਨਿਤ ਸਵਾਸਾਂ ਦਾ, ਕੋਈ ਉਸ ਪਾਸੇ ਸਾਡਾ ਧਿਆਨ ਨਹੀਂ, ਕੋਈ ਸਾਡੀ ਸਿਮਰਤੀ ਨਹੀਂ। ਪਰਮੇਸ਼ਰ ਦੇ ਸਿਮਰਨ ਤੋਂ ਬਿਨਾਂ ਇਹ ਜੀਵਨ ਬਲਨਾ ਬੀਤਣਾ ਇਉਂ ਹੈ ਜੈਸੇ ਕਿਸੇ ਸੱਪ ਦੀ ਉਮਰ ਬੀਤ ਰਹੀ ਹੋਵੇ। ਨਾਵ ਖੰਡਨ ਕੋ ਰਾਜ ਕਮਾਵੇ, ਅੰਤ ਚੱਲੈ ਗੋਹਾਰੀ। ਕੋਈ 9 ਖੰਡ ਪ੍ਰਿਥਵੀ ਦਾ ਰਾਜਾ ਬਣ ਜਾਏ, 9 ਖੰਡ ਧਰਤੀ ਦਾ ਜੇਤੂ ਰਾਜਾ ਬਣ ਜਾਏ, ਬਾਦਸ਼ਾਹ ਬਣ ਜਾਏ, ਤੇ ਕਹੇ ਮੈਂ ਰਾਜਾ ਹਾਂ, ਜੇ ਜੁਗ ਚਾਰੇ ਆਰਜਾ, ਹੋਰ ਦਸੋਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਆਂ, ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੈ, ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕੇ। ਕਹਿੰਦੇ 9 ਖੰਡ ਪ੍ਰਿਥਵੀ ਦਾ ਰਾਜਾ ਹੀ ਕਿਉਂ ਨਾ ਹੋ ਜਾਏ, ਅੰਤ ਨੂੰ ਤਾਂ ਸਭ ਕੁਝ ਹਾਰ ਕੇ ਹੀ ਜਾਣਾ ਨਾ। ਜਿਹੜੇ ਇਸ 9 ਖੰਡ ਪ੍ਰਿਥਵੀ ਦੇ ਰਾਜੇ ਬਣ ਜਾਂਦੇ ਨੇ, ਕੀ ਉਹ ਇਸ ਪ੍ਰਿਥਵੀ ਨੂੰ ਨਾਲ ਲੈ ਗਏ? ਕੀ ਉਹ ਆਪਣਾ ਰਾਜ ਭਾਗ ਨਾਲ ਲੈ ਕੇ ਗਏ? ਕੀ ਉਹ ਆਪਣੀ ਸੰਪਦਾ, ਵਿਭੂਤੀ, ਫੌਜਾਂ, ਲਸ਼ਕਰ, ਤੋਪਾਂ, ਰਹਿਕਲੇ, ਕਿਲੇ ਨਾਲ ਲੈ ਕੇ ਗਏ? ਅਖੀਰ ਨੂੰ ਹਾਰ ਕੇ ਹੀ ਗਏ ਨੇ ਨਾ ਸੰਸਾਰ 'ਚ। ਸਭ ਕੁਝ ਇੱਥੇ ਹੀ ਧਰਿਆ ਧਰਿਆਇਆ ਰਹਿ ਗਿਆ ਵੱਡਿਆਂ ਵੱਡਿਆਂ ਰਾਜਿਆਂ ਦਾ। ਕੋਈ ਰਾਵਣ ਵਰਗਾ ਬਾਦਸ਼ਾਹ ਵੀ ਹੋਵੇਗਾ ਭਲਾ, ਜਿਹਦੀ ਸੋਨੇ ਦੀ ਲੰਕਾ ਹੈ। ਵਿਦਵਾਨ ਰਾਵਣ ਹੈ। ਏਡਾ ਵੱਡਾ ਟੱਬਰ ਹੋਵੇਗਾ ਕਿਸੇ ਦਾ ਕਿ 1 ਲੱਖ ਪੁੱਤਰ ਹੈ, 1.25 ਲੱਖ ਦੋਤਰਾ ਹੀ ਸੀ ਉਹਦਾ। ਏਡੇ ਵੱਡੇ ਟੱਬਰ ਦਾ ਮਾਲਕ ਜਦੋਂ ਮਰਿਆ ਤੇ ਘਰ ਦੇ ਵਿੱਚ ਕੋਈ ਦੀਵਾ ਬੱਤੀ ਜਗਾਉਣ ਵਾਲਾ ਵੀ ਨਹੀਂ ਬਚਿਆ ਉਹਦੀ ਮੜੀ ਤੇ। ਦੁਰਯੋਧਨ ਵਰਗੇ ਜਿਹੜੇ ਕਹਿੰਦੇ 12-12 ਯੋਜਨ ਲੰਮਾ ਛਤਰ ਝੂਲਦਾ ਸੀ ਸਿਰ ਤੇ, ਜਦੋਂ ਕੁਰੂਕਸ਼ੇਤਰ ਮਹਾਭਾਰਤ ਦਾ ਜੰਗ ਹੋਇਆ ਤੇ 12 ਕੋਹ ਤੱਕ, 12 ਯੋਜਨ ਤੱਕ ਇਹਦੀ ਫੌਜ ਖੜੀ ਸੀ। ਉਹਦਾ ਮੁਆਇਨਾ ਕਰਨ ਤੁਰਿਆ ਤੇ ਉੱਥੇ ਤਾਈਂ ਸਿਰ ਤੇ ਛਤਰ ਝੂਲਦਾ ਗਿਆ। ਅਖੀਰ ਨੂੰ ਉਹਦੀ ਦੇਹ ਨੂੰ ਗਿਰਜਾਂ ਤੱਕ ਨੇ ਨਹੀਂ ਖਾਧਾ। ਕਾਹਦਾ ਬੰਦਾ ਮਾਣ ਕਰਦਾ, ਗਰੂਰ ਕਰਦਾ। ਪਾਤਸ਼ਾਹ ਕਹਿੰਦੇ 9 ਖੰਡ ਪ੍ਰਿਥਵੀ ਦਾ ਰਾਜ ਕਮਾਲ ਹੈ ਭਾਵੇਂ, ਪਰ ਅੰਤ ਨੂੰ ਸਭ ਕੁਝ ਹਾਰ ਕੇ ਜਾਣਾ ਪੈਣਾ ਸੱਜਣਾ, ਜੇ ਪਰਮੇਸ਼ਰ ਦਾ ਸਿਮਰਨ ਨਹੀਂ ਕੀਤਾ, ਜੇ ਅਕਾਲ ਪੁਰਖ ਦਾ ਭਜਨ ਨਹੀਂ ਕੀਤਾ, ਤਾਂ ਅੰਤ ਨੂੰ ਸਭ ਕੁਝ ਹਾਰ ਕੇ ਜਾਣਾ ਪੈਣਾ। ਪੱਲੇ ਖੁਆਰੀ ਪੈਣੀ ਹੈ ਜਨਮ ਮਰਨ ਦੀ, 84 ਲੱਖ ਜੂਨੀਆਂ ਦੀ ਭਟਕਣ ਦੀ। ਉਹਦੇ ਵਿੱਚ ਹੀ ਭਟਕਦਾ ਰਹੇਗਾ ਜੇ ਪਰਮੇਸ਼ਰ ਦੇ ਭਜਨ ਨੂੰ ਵਿਸਾਰਿਆ ਹੋਇਆ ਹੈ। ਹਾਂਜੀ, ਗੁਣ ਨਿਧਾਨ ਗੁਣ ਤਿਨਹਿ ਗਾਏ, ਜਾ ਕਉ ਕਿਰਪਾ ਧਾਰੀ। ਗੁਣਾਂ ਦਾ ਖਜ਼ਾਨਾ ਪਰਮੇਸ਼ਰ ਹੈ, ਉਹਦੇ 'ਚ ਸਾਰੇ ਗੁਣ ਨੇ, ਪਰ ਉਹਦੇ ਗੁਣ ਤਿਨਾਂ ਨੇ ਗਾਏ ਨੇ ਜਿਨ੍ਹਾਂ ਤੇ ਪਰਮੇਸ਼ਰ ਨੇ ਆਪਣੀ ਕਿਰਪਾ ਧਾਰੀ। ਉਹਦੇ ਗੁਣ ਉਹਨੇ ਗਾਏ ਜਿਹਦੇ ਤੇ ਉਹਦੀ ਕਿਰਪਾ ਹੋਈ।
ਗੁਣ ਨਿਧਾਨ ਗੁਣ ਤਿਨ ਹੀ ਗਾਏ, ਜਾ ਕੋ ਕਿਰਪਾ ਧਾਰੀ, ਜਾ ਕੋ ਕਿਰਪਾ ਧਾਰੀ, ਜਾ ਕੋ ਕਿਰਪਾ ਧਾਰੀ, ਜਾ ਕਉ ਕਿਰਪਾ ਧਾਰੀ, ਜਾ ਕੋ ਕਿਰਪਾ ਧਾਰੀ, ਜਾ ਕੋ ਕਿਰਪਾ ਧਾਰੀ, ਜਾ ਕਉ ਕਿਰਪਾ ਧਾਰੀ, ਜਾ ਕਉ ਕਿਰਪਾ ਧਾਰੀ। ਗੁਣਾਂ ਦੇ ਖਜ਼ਾਨੇ ਵਾਹਿਗੁਰੂ ਦੇ ਗੁਣ ਉਹਨਾਂ ਨੇ ਗਾਏ, ਜਿਨ੍ਹਾਂ ਤੇ ਅਕਾਲ ਪੁਰਖ ਵਾਹਿਗੁਰੂ ਨੇ ਆਪਣੀ ਕਿਰਪਾ ਧਾਰੀ ਹੈ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਇਸ ਕਲੀ ਕਾਲ ਦੇ ਸਮੇਂ 'ਚ ਉਹ ਸੁਖੀ ਹੈ ਔਰ ਉਹਦਾ ਜਨਮ ਧਨ ਹੈ। ਕਿਹੜਾ? ਜਿਹਦੇ ਬਾਰੇ ਉੱਪਰ ਦੱਸ ਆਏ ਨੇ ਵੀ ਜਿਹੜਾ ਪਰਮੇਸ਼ਰ ਦੇ ਗੁਣ ਗਾਉਂਦਾ ਹੈ ਉਹ ਸੁਖੀ ਹੈ ਇਸ ਕਲਯੁਗ ਵਿੱਚ। ਉਹਦਾ ਜਨਮ ਧਨ ਹੈ, ਉਹਦੀ ਜ਼ਿੰਦਗੀ ਧਨ ਹੋ ਗਈ, ਉਹਦਾ ਜੀਵਨ ਸਕਾਰਥਾ ਹੋ ਗਿਆ। ਔਰ ਪੰਜਵੇਂ ਪਾਤਸ਼ਾਹ ਕਹਿੰਦੇ ਮੈਂ ਉਹਦੇ ਤੋਂ ਬਲਿਹਾਰ ਜਾਂਦਾ ਹਾਂ। ਨਾਨਕ ਤਿਸ ਬਲਿਹਾਰੀ, ਮੈਂ ਉਹਦੇ ਤੋਂ ਬਲਿਹਾਰ ਜਾਂਦਾ ਹਾਂ, ਉਹਦੇ ਤੋਂ ਵਾਰੇ-ਵਾਰੇ ਜਾਂਦਾ ਹਾਂ, ਜਿਹੜਾ ਪਰਮੇਸ਼ਰ ਦੇ ਗੁਣ ਗਾ ਕੇ ਆਪਣੇ ਜਨਮ ਨੂੰ ਸਫਲਾ ਕਰ ਗਿਆ, ਜਿਹਦੀ ਜ਼ਿੰਦਗੀ ਧਨ ਤੇ ਸਕਾਰਥੀ ਹੋ ਗਈ। ਉਹਦੇ ਤੋਂ ਮੈਂ ਵਾਰੇ ਜਾਂਦਾ ਹਾਂ, ਉਹਦੇ ਤੋਂ ਮੈਂ ਬਲਿਹਾਰ ਜਾਂਦਾ ਹਾਂ।